ਮਾਲਵਾ ਬੈਡ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਤੇ ਸਾਰੇ ਹੀ ਛੋਟੇ ਤੇ ਵੱਡੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਅੱਜ ਦੀ ਸਵੇਰ ਦੇ ਵਿੱਚ ਆਪਾਂ ਇੱਕ ਨਵੀਂ ਭਰਤੀ ਦੀ ਜਾਣਕਾਰੀ ਲੈ ਕੇ ਆਏ ਹਾਂ ਜਿਹੜੀ ਕਿ ਆਪਣੇ ਸੀਐਮ ਭਗਵੰਤ ਮਾਨ ਜੀ ਵੱਲੋਂ ਹਾਲਾਂਕਿ ਕੱਢੀ ਜਾ ਰਹੀ ਹੈ, ਜਿਹੜਾ ਕਿ ਇੱਕ ਨਵਾਂ ਰੁਜ਼ਗਾਰ ਹੈ ਪੰਜਾਬ ਦੇ ਵਿੱਚ, ਜਿਹੜੀ ਕਿ ਹੈਗੀ ਹੈ ਸੜਕ ਸੁਰੱਖਿਆ ਫੋਰਸ ਜਾਂ ਫਿਰ ਸੜਕ ਸੁਰੱਖਿਆ ਪੁਲਿਸ ਦੇ ਨਾਮ ਨਾਲ ਇਹ ਭਰਤੀ ਜਾਣੀ ਜਾਂਦੀ ਹੈ। ਪੰਜਾਬ ਦੇ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ, ਲੜਕੇ ਅਤੇ ਲੜਕੀਆਂ ਬਹੁਤ ਤਿਆਰੀ ਕਰ ਰਹੇ ਨੇ ਤੇ ਉਹਨਾਂ ਨੂੰ ਇਹ ਇਸ ਭਰਤੀ ਦੇ ਰਿਲੇਟਡ ਜਾਣਕਾਰੀ ਲੈਣ ਵਿੱਚ ਬਹੁਤ ਇੱਛਾ ਪੈਦਾ ਹੈ ਉਹਨਾਂ ਦੇ ਮਨ ਵਿੱਚ। ਸੋ ਅੱਜ ਦੀ ਵੀਡੀਓ ਵਿੱਚ ਆਪਾਂ ਇਸੇ ਰਿਲੇਟਡ ਪੂਰੀ ਜਾਣਕਾਰੀ ਲੈ ਕੇ ਆਏ ਹਾਂ ਤੇ ਤੁਹਾਨੂੰ ਦੱਸਾਂਗੇ ਕਦੋਂ ਭਰਤੀ ਇਹ ਆਣੀ ਹੈ ਤੇ ਕੀ ਕੁਝ ਆਪਾਂ ਨੂੰ ਕ੍ਰਾਈਟੇਰੀਆ ਚਾਹੀਦਾ ਹੋ ਗਿਆ ਐਲੀਜੀਬਿਲਟੀ ਲਈ। ਸੋ ਬਾਕੀ ਵੀਡੀਓ ਨੂੰ ਦੱਬ ਕੇ ਤੁਸੀਂ ਲਾਈਕ ਕਰਿਓ, ਸਬਸਕ੍ਰਾਈਬ ਕਰਿਓ ਜੇ ਅਗਰ ਤੁਸੀਂ ਨਵੇਂ ਆਏ ਹੋ ਸਾਡੇ ਚੈਨਲ ਤੇ ਬਾਕੀ ਬੈਲ ਆਈਕਨ ਪ੍ਰੈਸ ਕਰਨਾ ਤਾਂ ਬਿਲਕੁਲ ਨਾ ਭੁੱਲਿਓ ਤਾਂ ਕਿ ਐਡਵਾਂਸ ਦੇ ਵਿੱਚ ਤੁਹਾਨੂੰ ਹਰੇਕ ਜਾਣਕਾਰੀ ਜਿਹੜੀ ਮਿਲ ਸਕੇ। ਤੇ ਬਾਕੀ ਦੋਸਤੋ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣਾ ਕੋਈ ਵੀ ਸੁਝਾਅ ਦੇ ਸਕਦੇ ਹੋ ਜਾਂ ਫਿਰ ਕੋਈ ਤੁਹਾਨੂੰ ਪ੍ਰੋਬਲਮ ਹੈ ਕਿਸੇ ਹੋਰ ਚੀਜ਼ ਨੂੰ ਲੈ ਕੇ ਉਹ ਵੀ ਪੁੱਛ ਸਕਦੇ ਹੋ। ਤੇ ਜੇ ਅਗਰ ਤੁਹਾਨੂੰ ਕੁਝ ਵੀ ਇਸ ਤਰ੍ਹਾਂ ਦਾ ਨਹੀਂ ਹੈ ਤਾਂ ਲਵ ਪੰਜਾਬ ਪੁਲਿਸ ਲਿਖ ਕੇ ਤੁਸੀਂ ਪੰਜਾਬ ਪੁਲਿਸ ਪ੍ਰਤੀ ਇੱਕ ਪਿਆਰ ਸ਼ੋਅ ਕਰ ਸਕਦੇ ਹੋ, ਠੀਕ ਹੈ ਜੀ। ਸੋ ਅੱਜ ਦੀ ਵੀਡੀਓ ਵਿੱਚ ਆਪਾਂ ਕੀ ਕੁਝ ਗੱਲ ਕਰਾਂਗੇ ਇਹ ਤਾਂ ਚਲੋ ਤੁਹਾਨੂੰ ਦੇਖੀ ਜਾਵੇਗਾ ਸਲਾਈਡਸ ਦੇ ਜਰੀਏ, ਪ੍ਰੋਪਰਲੀ ਮੈਂ ਤੁਹਾਨੂੰ ਸਮਝਾਇਆ ਹੈ, ਠੀਕ ਹੈ ਜੀ। ਦੂਸਰੀ ਗੱਲ ਹੈ ਦੋਸਤੋ, ਇਹ ਜਿਹੜੀ ਭਰਤੀ ਹੈਗੀ ਆ ਬਹੁਤ ਹੀ ਅਹਿਮ ਰੱਖਦੀ ਹੈ ਕਿਉਂਕਿ ਇਹ ਜਿਹੜੀ ਹੈ ਟ੍ਰੈਫਿਕ ਪੁਲਿਸ ਦੇ ਰਿਲੇਟਡ ਹੀ ਭਰਤੀ ਹੈ, ਠੀਕ ਹੈ ਜੀ। ਜਿਵੇਂ ਕਿ ਟ੍ਰੈਫਿਕ ਪੁਲਿਸ ਦਾ ਕੰਮ ਹੁੰਦਾ ਉਸੇ ਨਾਲ ਦਾ ਸੇਮ ਟੂ ਸੇਮ ਤੁਹਾਡਾ ਕਾਰਜ ਹੋਵੇਗਾ। ਇਸ ਦੇ ਵਿੱਚ ਤੁਹਾਨੂੰ ਆਫੀਸ਼ੀਅਲੀ ਇੱਕ ਵਹੀਕਲ ਦਿੱਤੇ ਜਾਣਗੇ ਜਿਹੜੇ ਕਿ ਤੁਹਾਡੀ ਸਾਰੀ ਸੜਕਾਂ ਦੇ ਉੱਤੇ ਤੁਸੀਂ 24 ਘੰਟੇ ਪੈਟਰੋਲਿੰਗ ਕਰਨੀ ਹੈ। ਤੁਹਾਡੀ ਡਿਊਟੀ ਟਾਈਮ ਉਸੇ ਤਰ੍ਹਾਂ ਹੀ ਹੋਵੇਗਾ ਜਿਵੇਂ ਕਿ ਪੁਲਿਸ ਅਧਿਕਾਰੀ ਦਾ ਹੁੰਦਾ। ਸੋ ਦੋਸਤੋ ਘਬਰਾਉਣ ਦੀ ਲੋੜ ਨਹੀਂ, ਇਸ ਭਰਤੀ ਵਿੱਚ 3 ਕੈਟਾਗਰੀਜ਼ ਦੀਆਂ ਭਰਤੀਆਂ ਨਿਕਲਣਗੀਆਂ, ਕਨਸਟੇਬਲ, ਐਸਆਈ ਤੇ ਹੈੱਡ ਕਨਸਟੇਬਲ। ਸੋ ਸਾਰੇ ਹੀ ਭੈਣ ਭਰਾ ਤੁਹਾਨੂੰ ਪਤਾ ਹੀ ਹੈ ਇਸ ਭਰਤੀ ਨੂੰ ਲੈ ਕੇ ਬਹੁਤ ਕਹਿੰਦਾ ਭਾਵ ਇੰਨਾ ਪਿਆਰ ਜਤਾ ਰਹੇ ਨੇ। ਉਹਨਾਂ ਨੂੰ ਇਹ ਵੀ ਆਸ਼ਾ ਹੈ ਕਿ ਏਜ ਫੈਕਟਰ ਨੂੰ ਲੈ ਕੇ ਕਾਫੀ ਮਤਲਬ ਕਿ ਫਰਕ ਦੇਖਣ ਨੂੰ ਮਿਲੇਗਾ। ਹਾਂਜੀ, ਇਹ ਤੁਹਾਡੀ ਜਿਹੜੀ ਹੈਗੀ ਇਸ ਤਮੰਨਾ ਨੂੰ ਪੂਰਾ ਕਰ ਦਿੱਤਾ ਗਿਆ ਹੈ। ਸੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਦੇ ਹਾਂ ਇਸ ਭਰਤੀ ਬਾਰੇ। ਸੋ ਦੋਸਤੋ ਸਭ ਤੋਂ ਪਹਿਲਾਂ ਤੁਹਾਡੀ ਐਜੂਕੇਸ਼ਨ ਤੇ ਕੁਆਲੀਫਿਕੇਸ਼ਨ ਕੀ ਹੋਣੀ ਚਾਹੀਦੀ ਹੈ? ਤੁਹਾਡੀ ਸਭ ਤੋਂ ਪਹਿਲਾਂ 10th +2 ਕੀਤੀ ਹੋਣੀ ਚਾਹੀਦੀ ਹੈ ਜਿਹੜੀ ਕਿ ਪੰਜਾਬੀ ਸਬਜੈਕਟ ਦੇ ਨਾਲ, ਠੀਕ ਹੈ ਜੀ। ਜੇ ਅਗਰ ਤੁਸੀਂ ਹੋਰ ਕਿਸੇ ਸਟੇਟ ਬੋਰਡ ਨੂੰ ਆਪਾਂ ਬਿਲੋਂਗ ਕਰਦੇ ਹੋ, PSEB ਨੂੰ ਨਹੀਂ ਕਰਦੇ, ਤਾਂ ਪਲੀਜ਼ ਉਹ ਜਿਹੜੀ ਐਡੀਸ਼ਨਲ ਦੇ ਵਿੱਚ ਪੰਜਾਬੀ ਦਾ ਸਬਜੈਕਟ ਭਰ ਦੇਣ। ਕਿਸੇ ਵੀ ਸਰਕਾਰੀ ਸਕੂਲ ਜੋ ਉਹਨਾਂ ਦੇ ਨਜ਼ਦੀਕ ਹੈ ਉਸ ਦੇ ਵਿੱਚ ਜਾ ਕੇ ਐਡਮਿਸ਼ਨ ਲੈ ਕੇ ਇਸ ਸਬਜੈਕਟ ਦਾ ਜਿਹੜਾ ਇੱਕ ਵਾਰ ਪੇਪਰ ਦੇ ਕੇ ਉਸ ਦਾ ਸਰਟੀਫਿਕੇਟ ਪ੍ਰਾਪਤ ਕਰ ਲੈਣ ਤਾਂ ਕਿ ਉਹਨਾਂ ਨੂੰ ਇਹ ਭਰਤੀ ਭਰਨ ਲੱਗਿਆ ਕੋਈ ਮੁਸ਼ਕਿਲ ਨਾ ਆਵੇ। ਕਿਉਂਕਿ ਡਾਕੂਮੈਂਟੇਸ਼ਨ ਦੇ ਵਿੱਚ ਜੇ ਅਗਰ ਤੁਹਾਡੀ ਪੰਜਾਬੀ ਸਬਜੈਕਟ ਨਾ ਕੀਤੀ ਹੋਈ ਤਾਂ ਤੁਸੀਂ ਉਸੇ ਵੇਲੇ ਡਿਸਕੁਆਲੀਫਾਈ ਮੰਨੇ ਜਾਓਗੇ। ਤੇ ਜੇ ਕੋਈ ਹੋਰ ਸਟੇਟ ਨੂੰ ਬਿਲੋਂਗ ਕਰਦਾ ਹੈ ਜਿਵੇਂ ਕਹਿਣ ਦਾ ਭਾਵ ਹਿਮਾਚਲ, ਹਰਿਆਣਾ, ਰਾਜਸਥਾਨ ਜਾਂ ਕਿਸੇ ਹੋਰ ਨੂੰ, ਤਾਂ ਉਹ ਵੀ ਮੇਰਾ ਭੈਣ ਭਰਾ ਇੱਕ ਵਾਰ ਇੱਥੇ ਆ ਕੇ ਪੰਜਾਬ ਦੇ ਵਿੱਚ ਪੰਜਾਬੀ ਜ਼ਰੂਰ ਸਿੱਖੇ। ਇੱਕ ਵਾਰੀ ਕਲਾਸਿਸ ਲਗਾ ਲੇ, 3-4 ਮਹੀਨੇ ਵਿੱਚ ਬੰਦਾ ਪੰਜਾਬੀ ਸਿੱਖ ਲੈਂਦਾ ਹੈ। ਉਨੀ ਕੁ ਪੰਜਾਬੀ ਤਾਂ ਸਿੱਖ ਲਵੇ ਜਿੰਨੀ ਕਿ ਉਹ ਇੱਥੇ ਕਾਰਜ ਕਰਨ ਜੋਗਾ ਹੋ ਜਾਵੇ। ਬਾਕੀ ਦੋਸਤੋ ਤੁਹਾਨੂੰ ਪਤਾ ਹੈ ਹਿਮਾਚਲ ਜਿਹੜਾ ਹੈਗੇ ਤੇ ਹਰਿਆਣਾ ਆਪਣੇ ਪੰਜਾਬ ਦਾ ਹੀ ਹਿੱਸਾ ਸੀ। ਅੱਧ ਤੋਂ ਜ਼ਿਆਦਾ ਬੱਚਿਆਂ ਨੂੰ ਇਸ ਦੀ ਪੰਜਾਬੀ ਆਂਦੀ ਆ, ਬਟ ਹੁਣ ਜਿਹੜੇ ਨਵੀਂ ਪੀੜ੍ਹੀ ਹੈ ਜਿਨ੍ਹਾਂ ਨੂੰ ਹਜੇ ਤੱਕ ਪੰਜਾਬੀ ਦਾ ਲੱਲਾ ਖੱਖਾ ਵੀ ਨਹੀਂ ਆਉਂਦਾ, ਉਹ ਬੱਚਿਆਂ ਨੂੰ ਥੋੜ੍ਹੀ ਜਿਹੀ ਮੁਸ਼ਕਿਲ ਹੋਵੇਗੀ। ਸੋ ਉਹ ਗ੍ਰਾਮਰ ਨੂੰ ਮੱਥਾ ਮਾਰਨ ਤੇ ਨਾਲ ਹੀ ਜਿਹੜੀ ਵਰਨਮਾਲਾ ਸਾਰੀ ਪ੍ਰੋਪਰਲੀ ਜਾਣਨ, ਠੀਕ ਹੈ ਜੀ। ਸੋ ਪੇਪਰਾਂ ਦੇ ਵਿੱਚ ਵੀ ਕੁਆਲੀਫਾਈਂਗ ਪੇਪਰ ਤੁਹਾਨੂੰ ਪਤਾ ਹੈ ਪੰਜਾਬੀ ਦਾ ਖਾਸ ਕਰਕੇ ਲਿਆ ਜਾਂਦਾ ਪੰਜਾਬ ਦੇ ਜੇ ਐਗਜ਼ਾਮ ਕਰੈਕ ਕਰਨੇ ਹੈ। ਤੇ ਦੋਸਤੋ ਅੱਜ ਕੱਲ੍ਹ ਇੰਸਟੀਟਿਊਟਸ ਕਾਫੀ ਖੁੱਲ੍ਹ ਗਏ ਨੇ ਜਿਹੜੇ ਕਿ ਪੰਜਾਬੀ ਦੇ ਪੇਪਰ ਨੂੰ ਅਹਿਮ ਰੱਖਦੇ ਨੇ। ਉਸ ਤੋਂ ਬਾਅਦ ਜਿਹੜੀ ਤੁਹਾਨੂੰ ਜਿਹੜੀ ਤਿਆਰੀ ਕਰਾਉਂਦੇ ਨੇ ਜਿਹੜੇ ਮੇਨ ਐਂਟਰੈਂਸ ਐਗਜ਼ਾਮ ਦੀ। ਸੋ ਦੋਸਤੋ ਪੰਜਾਬੀ ਜਿਹੜੀ ਇੱਕ ਆਪਣੇ ਲਈ ਬਹੁਤ ਇੰਪੋਰਟੈਂਟ ਬਣ ਗਈ ਹੈ। ਸੋ ਇਸ ਨੂੰ ਜੇ ਅਗਰ ਤੁਸੀਂ ਕਲੀਅਰ ਕਰਦੇ ਹੋ ਤਾਂ ਤੁਹਾਡੇ ਡੈਫੀਨੇਟਲੀ ਕਾਫੀ ਰਾਹ ਖੁੱਲ੍ਹਦੇ ਨੇ ਪੰਜਾਬ ਦੇ ਵਿੱਚ ਭਰਤੀਆਂ ਨੂੰ ਲੈ ਕੇ। ਜ਼ਰੂਰੀ ਨਹੀਂ ਕਿ ਤੁਸੀਂ ਇਸ ਪੰਜਾਬ ਪੁਲਿਸ ਦੀ ਭਰਤੀ ਲਈ ਹੀ ਪੰਜਾਬੀ ਪੜ੍ਹਨੀ ਹੈ, ਤੁਸੀਂ ਹੋਰ ਵੀ ਐਗਜ਼ਾਮਸ ਭਰ ਸਕਦੇ ਹੋ ਜਿਹੜੇ ਕਿ ਗਵਰਨਮੈਂਟ ਜੋਬਸ ਨੂੰ ਲੈ ਕੇ ਜਾਂਦੇ ਨੇ ਤੁਹਾਨੂੰ, ਜਿਵੇਂ ਕਿ PSSB ਦੇ ਹੋ ਗਏ ਜਾਂ ਫਿਰ ਹੋਰ ਤੁਹਾਡੇ ਡਿਪਾਰਟਮੈਂਟਸ ਦੇ ਐਗਜ਼ਾਮ ਹੁੰਦੇ ਆ, ਉਸ ਦੇ ਵਿੱਚ ਵੀ ਤੁਸੀਂ ਆਪਣੀ ਮੱਲ ਮਾਰ ਸਕਦੇ ਹੋ। ਸੋ ਇਸੇ ਕਰਕੇ ਮੈਂ ਕਹਿੰਦਾ ਦੋਸਤੋ ਪੰਜਾਬੀ ਨੂੰ ਬਿਲਕੁਲ ਲਾਈਟ ਨਹੀਂ ਲੈਣਾ, ਇਹ ਹੁਣ ਬਹੁਤ ਇੰਪੋਰਟੈਂਟ ਰੱਖ ਦਿੱਤੀ ਗਈ ਹੈ ਪੰਜਾਬ ਦੀ ਸਰਕਾਰ ਵੱਲੋਂ। ਇਸੇ ਕਰਕੇ ਮੈਂ ਕਹਿੰਦਾ 10th +2 ਜਿਹਦਾ ਸਰਟੀਫਿਕੇਟ ਨਹੀਂ ਬਣਿਆ ਉਹ ਐਡੀਸ਼ਨਲ ਭਰ ਕੇ ਇੱਕ ਵਾਰੀ ਤਿਆਰੀ ਕਰ ਲਵੇ। ਸੋ ਦੂਸਰੀ ਆਪਾਂ ਗੱਲ ਕਰਾਂਗੇ ਦੋਸਤੋ ਡਾਕੂਮੈਂਟਸ ਕਿਹੜੇ ਤੁਹਾਨੂੰ ਚਾਹੀਦੇ ਆ ਜਿਹੜੇ ਕਿ ਇਸ ਭਰਤੀ ਲਈ ਤਾਂ ਜ਼ਰੂਰੀ ਨੇ। ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਹੈ ਜਿਹੜਾ ਤਾਂ ਤੁਹਾਡੇ ਲਾਈਟ ਮੋਟਰ ਵਹੀਕਲ ਵਾਲਾ, ਮਤਲਬ ਕਹਿੰਦਾ ਵਾ ਜਿਸ ਦੇ ਉੱਤੇ ਗੱਡੀਆਂ ਜਿਹੜੀਆਂ ਚਲਾ ਸਕੀਏ। ਤੇ ਦੂਸਰੀ ਗੱਲ ਹੈ ਲਾਇਸੈਂਸ ਦੇ ਵਿੱਚ ਜੇ ਅਗਰ ਤੁਸੀਂ JCB ਜਾਂ ਟਰੱਕ ਵਗੈਰਾ ਤੁਸੀਂ ਚਲਾਉਣਾ ਚਾਹੁੰਦੇ ਹੋ ਇਸ ਭਰਤੀ ਵਿੱਚ ਤੁਹਾਨੂੰ ਮਿਲਣਗੇ। ਜੇ ਅਗਰ ਤੁਹਾਨੂੰ ਉਸ ਬਾਰੇ ਨੌਲੇਜ ਹੈਗੀ ਹੈ ਜਾਂ ਫਿਰ ਤੁਸੀਂ ਟ੍ਰੇਨਿੰਗ ਲਿੱਤੀ ਹੈ, ਉਸ ਦਾ ਸਰਟੀਫਿਕੇਟ ਬਣਦਾ ਹੈ, ਤਾਂ ਤੁਸੀਂ ਪਲੀਜ਼ ਉਸ ਦਾ ਹੈਵੀ ਵਹੀਕਲ ਜਿਹੜਾ ਡਰਾਈਵਿੰਗ ਹੁੰਦੀ ਹੈ ਉਹ ਬਣਵਾ ਲੈਣਾ ਲਾਇਸੈਂਸ, ਤਾਂ ਹੀ ਤੁਹਾਨੂੰ JCB ਵਗੈਰਾ ਕੰਟਰੋਲ ਕਰਨ ਲਈ ਵਰਕ ਮਿਲੇਗਾ। ਤੇ JCB ਵਰਕ ਕਰਨ ਵਾਲਾ ਬੱਚਾ ਕਦੇ ਹੀ ਡਿਊਟੀ ਤੇ ਆਇਆ ਕਰੇਗਾ ਕਿਉਂਕਿ ਉਸ ਦਾ ਕਾਰਨ ਉਦੋਂ ਹੀ ਹੋਇਆ ਕਰੇਗਾ ਜਦੋਂ ਕੋਈ ਰੋਡ ਐਕਸੀਡੈਂਟ ਹੋਇਆ ਕਰੇਗਾ ਜਾਂ ਕਿਸੇ ਗੱਡੀ ਨੂੰ ਪਾਸੇ ਲਗਾਉਣਾ ਹੋਵੇਗਾ, ਠੀਕ ਹੈ ਜੀ। ਦੂਸਰੀ ਗੱਲ ਹੈ ਆਧਾਰ ਕਾਰਡ ਦੀ ਤਾਂ ਤੁਹਾਨੂੰ ਪਤਾ ਹੀ ਹੈ, ਤੁਹਾਨੂੰ ਅਪਡੇਟਸ ਕਰਾਉਣੀਆਂ ਪੈਣੀਆਂ ਤੁਹਾਡੀ
ਨਵੀਂ ਫੋਟੋ, ਤੁਹਾਡਾ ਐਡਰੈਸ ਦਿਖਣਾ ਚਾਹੀਦਾ ਆਧਾਰ ਕਾਰਡ ਦੇ ਉੱਤੇ। ਇਹੀ ਚੀਜ਼ਾਂ ਹੁੰਦੀਆਂ। ਬਾਕੀ ਆਧਾਰ ਕਾਰਡ ਤਾਂ ਹਾਲਾਂਕਿ ਸਾਰੇ ਇੰਡੀਆ ਦਾ ਬਣ ਗਿਆ, ਠੀਕ ਹੈ ਜੀ। 10th + 2 ਦਾ ਜਿਹੜਾ ਸਰਟੀਫਿਕੇਟ ਹੈ ਰੈਗੂਲਰ ਹੈ ਚਾਹੇ ਓਪਨ ਹੈ, ਪਲੀਜ਼ ਜਾਲੀ ਨਾ ਹੋਵੇ। ਰੈਗੂਲਰ ਤੇ ਓਪਨ ਵਾਲੇ ਧਿਆਨ ਦੇਣ, ਠੀਕ ਹੈ। ਗ੍ਰੈਜੂਏਸ਼ਨ ਜੀ ਅਗਰ ਤੁਸੀਂ ਕੀਤੀ ਹੈ, ਤੁਸੀਂ ਸਬ ਇੰਸਪੈਕਟਰ ਤੇ ਹੈੱਡ ਕਾਂਸਟੇਬਲ ਨੂੰ ਤਾਂ ਹੀ ਤੁਸੀਂ ਭਰ ਸਕਦੇ ਹੋ ਫਾਰਮ ਨੂੰ, ਨਹੀਂ ਤਾਂ ਉਸ ਤੋਂ ਪਹਿਲਾਂ ਤੁਸੀਂ ਸਿਰਫ ਕਾਂਸਟੇਬਲ ਦੀ ਭਰਤੀ ਹੀ ਭਰ ਸਕਦੇ ਹੋ ਜੇ ਤੁਸੀਂ 12ਵੀਂ ਤੱਕ ਕੀਤੀ ਹੈ। ਡੋਮੀਸਾਈਲ ਜਿਹਨੂੰ ਆਪਾਂ ਰਿਹਾਇਸ਼ੀ ਸਰਟੀਫਿਕੇਟ ਕਹਿੰਦੇ ਆ, ਇਹ ਤਾਂ ਬਹੁਤ ਇੰਪੋਰਟੈਂਟ ਕਰ ਦਿੱਤਾ ਹੈ ਪੰਜਾਬ ਦੇ ਜਿਹੜੇ ਸਭ ਆਪਣੇ CM ਭਗਵੰਤ ਮਾਨ ਜੀ ਨੇ। ਇਹਨਾਂ ਨੇ ਕਿਹਾ ਵੀ ਜਿਹੜਾ ਰਿਹਾਇਸ਼ੀ ਹੈ ਉਸ ਨੂੰ ਤਾਂ ਪਹਿਲੀ ਪ੍ਰੈਫਰੈਂਸ ਮਿਲੇਗੀ ਜੇ ਅਗਰ ਪੰਜਾਬ ਦਾ ਹੈ। ਬਾਕੀ ਹੋਰ ਸਟੇਟਾਂ ਵਾਲੇ ਆਪਣੇ ਸਟੇਟ ਦਾ ਜਿਹੜਾ ਰਿਹਾਇਸ਼ੀ ਸਰਟੀਫਿਕੇਟ ਜ਼ਰੂਰ ਬਣਾ ਲੈਣ, ਕਿਉਂਕਿ ਇਹ ਲੱਗਣਾ ਹੀ ਲੱਗਣਾ ਹੈ। ਕਾਸਟ ਸਰਟੀਫਿਕੇਟ ਤੁਹਾਨੂੰ ਪਤਾ ਕੈਟੇਗਰੀ ਵਾਈਜ਼ ਤੁਹਾਨੂੰ ਬੈਨੀਫਿਟ ਤਾਂ ਹੀ ਮਿਲਣਗੇ ਜੇ ਤੁਸੀਂ SC BC ਇਕਨੋਮਿਕ ਵੀਕਰ ਸੈਕਸ਼ਨ ਜਾਂ ਫਿਰ ਐਕਸ ਸਰਵਿਸਮੈਨ ਵਾਲੇ ਹੋ, ਜਾਂ ਫਿਰ ਤੁਸੀਂ ਕਿਸੇ ਸਪੋਰਟਸ ਕੋਟੇ ਨੂੰ ਬਿਲੋਂਗ ਕਰਦੇ ਹੋ, ਠੀਕ ਹੈ ਜੀ। ਇਹ ਸਾਰੇ ਸਰਟੀਫਿਕੇਟ ਜਿਹੜੇ ਹੈਗੇ ਆ ਤੁਹਾਡੇ ਓਰੀਜਨਲ ਹੋਣੇ ਚਾਹੀਦੇ ਆ। ਤੇ ਸਪੋਰਟਸ ਕੋਟੇ ਕੋਲ ਸਿਰਫ ਇੰਟਰਨੈਸ਼ਨਲ ਤੇ ਨੈਸ਼ਨਲ ਸਟੇਟ ਜੇ ਅਗਰ ਖੇਡਿਆ ਤਾਂ ਪਲੀਜ਼ ਕਿਰਪਾ ਕਰਕੇ ਉਹੀ ਸਰਟੀਫਿਕੇਟ ਦੇ ਨਾਲ ਹੀ ਤੁਹਾਨੂੰ ਬੈਨੀਫਿਟ ਮਿਲਣੇ ਆ। ਸਟੇਟ ਵਾਲੇ ਕੋਈ ਵੀ ਬੈਨੀਫਿਟ ਨਹੀਂ ਮਿਲਣਾ ਜੇਕਰ ਤੁਸੀਂ ਸਟੇਟ ਖੇਡੇ ਹੋ, ਠੀਕ ਹੈ। ਸਟੇਟ ਵਾਲੇ ਕੁਝ ਬੈਨੀਫਿਟ ਹੀ ਮਿਲਣਗੇ ਜੇ ਅਗਰ ਹੁੰਦੇ ਹੋਏ ਤਾਂ। ਬਾਕੀ ਮੈਂ ਸੁਣਿਆ ਨੈਸ਼ਨਲ ਤੇ ਇੰਟਰਨੈਸ਼ਨਲ ਵਾਲੇ ਹੀ ਚੱਲਣਗੇ ਜਿਹੜੇ ਕਿ ਤੁਸੀਂ ਜਿੱਤ ਕੇ ਆਏ ਹੋ। ਹੁਣ ਆਪਾਂ ਅਗਲੇ ਕ੍ਰਾਈਟੇਰੀਆ ਦੀ ਗੱਲ ਕਰਾਂਗੇ, ਜਿਸ ਦੇ ਵਿੱਚ ਏਜ ਫੈਕਟਰ ਨੂੰ ਲੈ ਕੇ ਕਾਫੀ ਰੌਲਾ ਪਿਆ ਹੋਇਆ ਸੀ CM ਭਗਵੰਤ ਮਾਨ ਜੀ ਦੇ ਆਫਿਸ ਵਿੱਚ ਵੀ, ਤੇ ਹੋਰ ਵੀ ਕਈ ਥਾਵਾਂ ਤੇ ਕਹਿਣ ਦਾ ਭਾਵ ਇਹੀ ਨਾਅਰੇ ਲਗਾਏ ਜਾ ਰਹੇ ਨੇ ਜੇ ਅਗਰ ਤੁਸੀਂ ਭਰਤੀਆਂ ਕੱਢਣੀਆਂ ਹੀ ਹੈ, ਨਵੇਂ ਰੁਜ਼ਗਾਰ ਕੱਢਣੇ ਹੀ ਹੈ ਤਾਂ ਪਲੀਜ਼ ਏਜ ਫੈਕਟਰ ਨੂੰ ਪਹਿਲ ਦੇ ਆਧਾਰ ਤੇ ਰੱਖਿਆ ਜਾਵੇ, ਕਿਉਂਕਿ ਕਾਫੀ ਬੱਚੇ ਬੇਰੁਜ਼ਗਾਰ ਇਸੇ ਕਰਕੇ ਹੀ ਨੇ ਕਿਉਂਕਿ ਤਿਆਰੀ ਤਾਂ ਕਰ ਲੈਂਦੇ ਨੇ ਬਟ ਏਜ ਫੈਕਟਰ ਕਰਕੇ ਪੂਰਾ ਹੋਣ ਕਰਕੇ ਉਹਨਾਂ ਨੂੰ ਦੁਬਾਰਾ ਤੋਂ ਮੌਕਾ ਨਹੀਂ ਮਿਲਦਾ। ਸੋ ਜਿਹੜਾ ਏਜ ਫੈਕਟਰ ਹੈ ਉਹ ਜਨਰਲੀ ਰਹੇਗਾ 18 ਤੋਂ ਲੈ ਕੇ 30 ਸਾਲ। ਇਹ 30 ਤੋਂ 32 ਵੀ ਹੋ ਸਕਦਾ ਦੋਸਤੋ, ਹਜੇ ਭਰਤੀ ਆਈ ਨਹੀਂ। ਜਦੋਂ ਆਵੇਗੀ ਉਸ ਦੇ ਜਿਹੜੇ ਨੋਟੀਫਿਕੇਸ਼ਨ ਵਿੱਚ ਸ਼ਾਇਦ 32 ਸਾਲ ਵੀ ਲਿਖਿਆ ਮਿਲ ਸਕਦਾ ਹੈ। ਬਾਕੀ SC BC ST ਇਕਨੋਮਿਕ ਵੀਕਰ ਸੈਕਸ਼ਨ ਨੂੰ ਜਿਹੜਾ ਹੈਗਾ 5 ਸਾਲ ਦੀ ਐਕਸਟਰਾ ਛੂਟ ਹੁੰਦੀ ਹੈ। ਜੇ ਅਗਰ 30 ਸਾਲ ਹੈ ਤਾਂ ਇਹਨਾਂ ਨੂੰ 35 ਸਾਲ ਤੱਕ ਜਾਵੇਗਾ ਕੰਮ, ਜੇਕਰ 32 ਸਾਲ ਹੈ ਤਾਂ ਇਹਨਾਂ ਦਾ ਜਿਹੜਾ ਹੈਗਾ 37 ਸਾਲ ਤੱਕ ਕੰਮ ਜਾਵੇਗਾ, ਠੀਕ ਹੈ ਜੀ। ਬਾਕੀ ਐਕਸ ਸਰਵਿਸਮੈਨ ਨੂੰ 40 ਸਾਲ ਤੱਕ ਇਹਨਾਂ ਨੇ ਕਿਹਾ ਵੀ 40 ਸਾਲ ਤੱਕ ਜਾਂ 40 ਸਾਲ ਤੋਂ ਘੱਟ ਮਤਲਬ ਕਹਿੰਦਾ ਬੱਚੇ ਭਰ ਸਕਦੇ ਆ। ਤੇ ਐਨੀ ਆਰਮਡ ਫੋਰਸਿਸ ਜਿਵੇਂ ਕਿ ਪੁਲਿਸ ਦੀ ਹੋ ਗਈ ਜਾਂ ਫਿਰ ਕਿਸੇ CRPF ਜਿਵੇਂ ਮਤਲਬ ਕਿ ਵੀ ਆਰਮੀ ਦੀ ਫੋਰਸ ਹੋ ਗਈ ਜਾਂ ਕੁਝ ਵੀ ਮਤਲਬ ਬਾਰਡਰ ਸਿਕਿਉਰਿਟੀ ਫੋਰਸ ਵਾਲੇ ਹੋ ਗਏ, ਉਹ ਬੱਚੇ ਜਿਹੜੇ ਹੈਗੇ ਆ 45 ਸਾਲ ਤੱਕ ਭਰ ਸਕਦੇ ਨੇ, ਕਿਉਂਕਿ ਮੇਨ ਕੰਮ ਤਾਂ ਇਹਨਾਂ ਦਾ ਪੈਟਰੋਲਿੰਗ ਕਰਨਾ ਹੀ ਹੈ, ਕੋਈ ਜ਼ਿਆਦਾ ਖਾਸ ਕੰਮ ਨਹੀਂ। ਬਸ ਆਪਾਂ ਪੈਟਰੋਲਿੰਗ ਕਰਦੇ ਆਪਾਂ ਜਿਹੜੇ ਹੈਗੇ ਕੋਈ ਆਪਾਂ ਨੂੰ ਇਹੋ ਜਿਹਾ ਇਲੀਗਲ ਜਾਂ ਫਿਰ ਕੋਈ ਕਹਿੰਦਾ ਆਪਾਂ ਖਤਰੇ ਦਾ ਬੰਦਾ ਲੱਗਦਾ ਹੈ ਜਾਂ ਫਿਰ ਕੋਈ ਗੱਡੀ ਤੇ ਆਪਾਂ ਨੂੰ ਗਲਤ ਨਿਸ਼ਾਨਾ ਲੱਗ ਰਿਹਾ ਵੀ ਇਹ ਗੱਡੀ ਗਲਤ ਹੈ, ਮਤਲਬ ਆਨਸਰ ਗਲਤ ਲੱਗ ਰਿਹਾ ਤਾਂ ਉਸ ਨੂੰ ਹੀ ਆਪਾਂ ਕੈਚ ਕਰਨਾ ਹੈ। ਤੇ ਦੂਸਰੀ ਗੱਲ ਹੈ ਦੋਸਤੋ, ਸਾਰਾ ਇਹਨਾਂ ਦਾ ਇੰਚਾਰਜ ਜਿਹੜਾ ਹੁੰਦਾ ਹੈ ਉਹ ਸਾਰਾ ਟ੍ਰੈਫਿਕ ਪੁਲਿਸ ਵਾਂਗੂ ਹੀ ਹੋਵੇਗਾ। ਤੁਹਾਡੇ ਚਲਾਨ ਵੀ ਡਿਜੀਟਲੀ ਆਨਲਾਈਨ ਕੱਟੇ ਜਾਣਗੇ। ਤੁਹਾਡੀ ਗੱਡੀ ਨੂੰ ਰੋਕ ਕੇ ਉਸੇ ਦੌਰਾਨ ਹੀ ਤੁਹਾਡੇ ਚਲਾਨ ਬਣੇਗਾ। ਜੇਕਰ ਤੁਸੀਂ ਇਲੀਗਲੀ ਤੁਸੀਂ ਸੜਕ ਦੇ ਉੱਤੇ ਕਾਲੇ ਸ਼ੀਸ਼ੇ ਕਰਕੇ ਖੜੇ ਹੋ ਜਾਂ ਫਿਰ ਤੁਸੀਂ ਕਾਲੀਆਂ ਬਾਰੀਆਂ ਕਰਕੇ ਜਾ ਰਹੇ ਹੋ, ਜੋ ਵੀ ਮਤਲਬ ਕਹਿੰਦੇ ਗੈਰ ਕਾਨੂੰਨੀ ਤੁਸੀਂ ਕੰਮ ਕਰ ਰਹੇ ਹੋ, ਤੁਹਾਡੇ ਸਾਰੇ ਚਲਾਨ ਇਹਨਾਂ ਨੇ ਹੀ ਕੱਟਣੇ ਆ। ਆਉਣ ਵਾਲੇ ਸਾਲਾਂ ਵਿੱਚ ਇੰਨੀ ਡਿਵੈਲਪਮੈਂਟ ਹੋ ਜਾਣੀ ਹੈ, ਜਿਹੜੇ ਪੰਜਾਬ ਦੇ ਵਿੱਚ ਹੁਣ ਹਾਦਸੇ ਹੋਈ ਜਾਂਦੇ ਆ ਸੜਕਾਂ ਦੇ ਉੱਤੇ ਉਹ ਸਾਰੇ ਹੁਣ ਥਾਮੇ ਜਾਣੇ ਆ, ਤੇ ਜਿਹੜੇ ਬੱਚੇ ਹੁਣ ਵਿਚਾਰੇ ਵਿਹਲੇ ਫਿਰਦੇ ਆ ਉਹਨਾਂ ਨੂੰ ਰੁਜ਼ਗਾਰ ਮਿਲ ਜਾਣਾ ਹੈ। ਸੋ ਨਸ਼ਿਆਂ ਨੂੰ ਵੀ ਬੰਦ ਕਰ ਦੇਣਾ, ਰੁਜ਼ਗਾਰ ਵੀ ਮਿਲ ਜਾਣਾ। ਤੁਹਾਡੀ ਬਹੁਤ ਹੀ ਵਧੀਆ ਮਤਲਬ ਕਹਿੰਦਾ ਭਾਵੇਂ ਇੱਕ ਦਿੱਖ ਹੋਣੀ ਹੈ ਪੰਜਾਬ ਦੀ, ਤੇ ਆਉਣ ਵਾਲੇ ਸਮੇਂ ਵਿੱਚ ਕੈਨੇਡਾ ਜਾਣੋਂ ਵੀ ਬੱਚੇ ਹਟ ਜਾਣੇ ਆ। ਸੋ ਆਪਾਂ ਅਗਲੇ ਕ੍ਰਾਈਟੇਰੀਆ ਦੀ ਗੱਲ ਕਰਾਂਗੇ ਦੋਸਤੋ, ਫਿਜ਼ੀਕਲ ਰਿਕੁਆਇਰਮੈਂਟ, ਮਤਲਬ ਤੁਹਾਡੀ ਜਿਹੜੀ ਕੱਦ ਕਾਠ ਕਿੰਨੀ ਚਾਹੀਦੀ ਹੈ ਜਾਂ ਫਿਰ ਤੁਹਾਡਾ ਜਿਹੜਾ ਚੈਸਟ ਦਾ ਸਾਈਜ਼ ਜਾਂ ਫਿਰ ਤੁਹਾਡਾ ਵਿਜ਼ਨ ਵਗੈਰਾ। ਸੋ ਦੋਸਤੋ ਹਾਈਟ ਜਿਹੜੀ ਮੇਲਸ ਦੀ ਹੈਗੀ ਉਹ 5 ਫੁੱਟ 7 ਇੰਚ ਕੱਦ ਹੋਣਾ ਚਾਹੀਦਾ, ਫੀਮੇਲਸ ਦਾ 5 ਫੁੱਟ 2 ਇੰਚ, ਠੀਕ ਹੈ ਜੀ। ਜਿਹੜੇ ਮੇਰੇ ਭੈਣ ਭਰਾਵਾਂ ਦਾ ਇਦੋਂ ਵੱਧ ਹੈ ਤਾਂ ਉਹਨੂੰ ਬੈਨੀਫਿਟ ਹੀ ਬੈਨੀਫਿਟ ਹੈ, ਕਿਉਂਕਿ ਉਹਨੂੰ ਕਹਿੰਦਾ ਭਾਵ ਉਹਨੂੰ ਵਰਦੀ ਪਾਈ ਵੀ ਜਚੇਗੀ। ਦੂਸਰੀ ਗੱਲ ਹੈ ਦੋਸਤੋ, ਜਿਹੜੇ ਹੈਗੇ ਆ ਭੈਣ ਭਰਾ ਛੋਟੇ ਕੱਦ ਦੇ ਆ, ਪਲੀਜ਼ ਕਿਰਪਾ ਕਰਕੇ ਇਸ ਭਰਤੀ ਦੇ ਪੈਸੇ ਆਪਣੇ ਖਰਾਬ ਨਾ ਕਰਿਓ, ਕਿਉਂਕਿ ਆਪਾਂ ਹੋਰ ਵੀ ਭਰਤੀਆਂ ਵੇਖਣੀਆਂ, ਠੀਕ ਹੈ ਜੀ। ਚੈਸਟ ਦਾ ਸਾਈਜ਼ 33 ਹੋਵੇ ਬਿਨਾਂ ਫੁਲਾਏ, ਤੇ 34 34.5 ਹੋਵੇ ਫੁਲਾਉਣ ਦੇ ਨਾਲ, ਠੀਕ ਹੈ। ਵਿਜ਼ਨ ਤੁਹਾਡਾ ਨੋਰਮਲ ਹੋਵੇ, ਚਾਹੇ ਵਿਦ ਸਪੈਕਸ ਜਾਂ ਵਿਦਆਊਟ ਸਪੈਕਸ, ਬਸ ਵਿਜ਼ਨ ਤੁਹਾਨੂੰ ਦਿਖਣਾ ਚਾਹੀਦਾ, ਕਿਉਂਕਿ ਜ਼ਿਆਦਾ ਕੰਮ ਨਹੀਂ ਹੈਗਾ ਆਪਣਾ, ਇਹ ਨੋਰਮਲ ਪੈਟਰੋਲਿੰਗ ਹੈ, ਤੁਹਾਡਾ ਟ੍ਰੈਫਿਕ ਇੰਚਾਰਜ ਵਾਲਾ ਕੰਮ ਹੈ। ਫਾਲਤੂ ਤੁਸੀਂ ਇਹ ਨਾ ਸੋਚਿਓ ਵੀ ਵਿਜ਼ਨ ਆਪਾਂ ਨੂੰ ਜ਼ਿਆਦਾ ਚਾਹੀਦਾ, ਕਿਉਂਕਿ ਕੌਂਸਟੇਬਲ ਵਗੈਰਾ ਜਾਂ ਫਿਰ ਸਬ ਇੰਸਪੈਕਟਰ ਦੀ ਜਿਹੜੀ ਡਿਸਟ੍ਰਿਕਟ ਅਤੇ ਆਰਮਡ ਕੈਡਰ ਹੈ ਉਸ ਦੇ ਵਿੱਚ ਜ਼ਰੂਰ ਚਾਹੀਦਾ ਹੁੰਦਾ, ਬਟ ਇਹੋ ਜਿਹੀਆਂ ਭਰਤੀਆਂ ਲਈ ਨਹੀਂ ਬਿਲਕੁਲ ਵਿਜ਼ਨ ਦੀ ਜ਼ਿਆਦਾ ਇਹ ਦੇਖਦੇ, ਠੀਕ ਹੈ ਦੋਸਤੋ। ਸੋ ਇੰਨਾ ਜੇ ਕੁਛ ਕ੍ਰਾਈਟੇਰੀਆ ਹੈਗਾ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਸੋ ਅਗਲੇ ਕ੍ਰਾਈਟੇਰੀਆ ਦੀ ਗੱਲ ਕਰਾਂਗੇ ਦੋਸਤੋ, ਫਿਜ਼ੀਕਲ ਟਰਾਇਲ ਦੇ ਵਿੱਚ ਕੀ ਕੁਛ ਹੋਵੇਗਾ ਦੋਸਤੋ। ਇਹ ਬੇਸਿਕ ਚੀਜ਼ਾਂ ਨੇ ਜਿਹੜੀਆਂ ਕਿ ਆਪਣੇ ਤੋਂ ਹਰ ਫਿਜ਼ੀਕਲ ਟਰਾਇਲ ਵਿੱਚ ਮੰਗੀਆਂ ਜਾਂਦੀਆਂ ਨੇ, ਭਾਵੇਂ ਜੇਲ੍ਹ ਵਾਰਡਰ ਹੋਵੇ, ਭਾਵੇਂ ਪੰਜਾਬ ਪੁਲਿਸ ਦੇ ਕੋਈ ਵੀ ਸਬ ਇੰਸਪੈਕਟਰ, ਇੰਟੈਲੀਜੈਂਸੀ ਇਨਵੈਸਟੀਗੇਸ਼ਨ, ਕੋਈ ਵੀ ਮਤਲਬ ਕੈਡਰ ਦੀ ਭਰਤੀ ਹੋਵੇ, ਜਿਸ ਦੇ ਵਿੱਚ ਇਹ ਚੀਜ਼ਾਂ ਤਾਂ ਤੁਹਾਨੂੰ ਕਾਮਨਲੀ ਹੋਣੀਆਂ ਚਾਹੀਦੀਆਂ, ਤੁਹਾਨੂੰ ਆਉਣੀਆਂ ਚਾਹੀਦੀਆਂ। ਰੇਸ 1600 ਮੀਟਰ ਤੱਕ ਮੁੰਡਿਆਂ ਦੀ ਹੋਣੀ ਚਾਹੀਦੀ ਹੈ, ਫੀਮੇਲ ਦੀ ਹੋਣੀ ਚਾਹੀਦੀ ਹੈ 1000 ਮੀਟਰ ਤੱਕ। 6.5 ਮਿੰਟ ਦਾ ਟਾਈਮ ਤੁਹਾਡਾ ਹੁੰਦਾ ਹਰੇਕ ਦਾ, ਠੀਕ ਹੈ ਜੀ। ਹਾਈ ਜੰਪ, ਲੌਂਗ ਜੰਪ ਤੁਹਾਡੇ ਵਧੀਆ 3 ਚਾਂਸਿਸ ਮਿਲਦੇ ਆ ਦੋਵਾਂ 'ਚ, ਬਟ ਤੁਸੀਂ ਕੀ ਕੋਸ਼ਿਸ਼ ਕਰਨਾ ਪਹਿਲੇ ਚਾਂਸ 'ਚ ਕਲੀਅਰ ਕਰਨਾ ਹੈ, ਠੀਕ ਹੈ। ਕੁਆਲੀਫਾਈ ਜਦੋਂ ਕਹਿ ਦੇਣਗੇ
ਤਾਂ ਤੁਸੀਂ ਤੁਹਾਨੂੰ ਦੂਜੀ ਵਾਰ ਚਾਂਸ ਨਹੀਂ ਦੇਣਗੇ, ਤੁਹਾਨੂੰ ਕੁਆਲੀਫਾਈ ਹੋ ਜਾਓਗੇ। ਰੋਪ ਕਲਾਈਮਿੰਗ ਵਿੱਚ ਦੋਸਤੋ 15 ਫੁੱਟ ਤੇ 12 ਫੁੱਟ ਕੁੜੀਆਂ ਦਾ ਹੁੰਦਾ, ਠੀਕ ਹੈ, 15 ਫੁੱਟ ਮੁੰਡਿਆਂ ਦਾ। ਸੋ ਦੋਸਤੋ ਰੋਪ ਕਲਾਈਮਿੰਗ ਤਾਂ ਤੁਸੀਂ 18 18 19 19 ਫੁੱਟ ਤੱਕ ਜਾਣਾ ਸਿੱਖੋ, ਤੁਸੀਂ ਨਾ ਘਬਰਾਓ ਨਾ, ਕਿਉਂਕਿ ਕੁੜੀਆਂ ਡਰਦੀਆਂ ਹੁੰਦੀਆਂ ਉਚਾਈ ਤੋਂ, ਮੁੰਡੇ ਨਹੀਂ ਡਰਦੇ ਹੁੰਦੇ, ਠੀਕ ਹੈ ਜੀ। ਪੁੱਲ ਅਪ ਤੇ ਪੁਸ਼ ਅਪਸ ਜਿਹੜੇ ਹੈਗੇ ਆ ਉਹ ਤਾਂ ਤੁਸੀਂ 20 20 25 25 ਆਪਣੇ ਤਿਆਰ ਕਰਕੇ ਰੱਖੋ, ਮੁੰਡੇ 50 50 ਕਰਕੇ ਰੱਖਣ, ਕੁੜੀਆਂ 20 20 25 25, ਕਿਉਂਕਿ ਕਾਰਨ ਇਹ ਹੈ ਉੱਥੇ ਕਈ ਵਾਰ ਮੁਕਾਬਲੇ ਦਾ ਕੰਮ ਹੋ ਜਾਂਦਾ, ਕਈ ਵਾਰ ਦੋ ਧੜ ਵਧੀਆ ਤਕੜੇ ਟੱਕਰ ਜਾਂਦੇ, ਸੋ ਇਸ ਕਰਕੇ ਪੁੱਲ ਅਪ ਤੇ ਪੁਸ਼ ਅਪਸ ਕਰਾ ਕੇ ਵੀ ਵੇਖਦੇ ਆ, ਕਈ ਵਾਰ ਭਰਤੀ ਦੇ ਵਿੱਚ ਹੋ ਜਾਂਦਾ ਇਹੋ ਜਿਹਾ ਕੰਮ। ਸੋ ਦੋਸਤੋ ਬਟ ਪੁੱਲ ਅਪ ਪੁਸ਼ ਅਪਸ ਤੁਹਾਨੂੰ ਸਟਰੋਂਗ ਹੀ ਬਣਾਉਣਗੇ, ਚਾਹੇ ਨਹੀਂ ਨਾ ਵੀ ਕਰਾਉਣ, ਠੀਕ ਹੈ ਜੀ। ਬਟ ਮੈਂ ਤਾਂ ਇਹੀ ਕਹੂੰਗਾ ਵੀ ਦੋਸਤੋ ਆਪਣੀ ਬੋਡੀ ਨੂੰ ਪੂਰਾ ਫਿੱਟ ਰੱਖੋ ਹੁਣ, ਕਿਉਂਕਿ ਭਰਤੀਆਂ ਲਗਾਤਾਰ ਆ ਰਹੀਆਂ। ਜੰਕ ਫੂਡ ਵਗੈਰਾ ਜਾਂ ਫਿਰ ਕੁਝ ਗੰਦਮੰਦ ਖਾਣਾ ਛੱਡ ਦੇਵੋ, ਕਿਉਂਕਿ ਆਹ ਜਿਹੜੇ 5 ਸਾਲ ਜੇ ਤੁਸੀਂ ਆਪਣੀ ਬੋਡੀ ਤੇ ਲਗਾ ਲਏ, ਆਪਣੀ ਪੜ੍ਹਾਈ ਤੇ ਲਗਾ ਲਏ, ਤਾਂ ਮੈਨੂੰ ਲੱਗਦਾ ਆਉਣ ਵਾਲੇ ਜਿਹੜੇ 25 30 ਸਾਲ ਤੁਸੀਂ ਆਪਣੀ ਫੈਮਿਲੀ ਨਾਲ ਗੁਜ਼ਾਰਨੇ ਆ ਉਹ ਬੜੇ ਹੱਸ ਖੇਡ ਕੇ ਗੁਜ਼ਾਰੇ ਜਾਣਗੇ, ਤੇ ਨਵੇਂ ਯੁੱਗ ਨੂੰ ਆਪਾਂ ਵਧੀਆ ਬਤੀਤ ਕਰਾਂਗੇ। ਨਹੀਂ ਤਾਂ ਤੁਸੀਂ ਗਰੀਬੀ ਦੇ ਵਿੱਚ ਬਤੀਤ ਕਰੋਗੇ ਤੇ ਰੋਂਦੇ ਮਰ ਜਾਓਗੇ, ਠੀਕ ਹੈ ਜੀ। ਨਹੀਂ ਤਾਂ ਜ਼ਿਆਦਾ ਵੱਧ ਤੋਂ ਵੱਧ ਤੁਸੀਂ ਸੁਸਾਈਡ ਜਲਦੀ ਉਮਰ 'ਚ ਕਰ ਲਓਗੇ, ਜਿਹੜਾ ਕਿ ਤੁਹਾਡਾ ਨਿਕੰਮੇ ਹੋਣ ਦੀ ਇੱਕ ਨਿਸ਼ਾਨੀ ਕਹਿਲਾਂਦਾ ਹੈ। ਸੋ ਦੋਸਤੋ ਆਪਾਂ ਇੰਜ ਨਹੀਂ ਮਰਨਾ। ਸੋ ਦੋਸਤੋ ਆਪਾਂ ਸਿੱਧੂ ਮੂਸੇ ਵਾਲੇ ਬਾਈ ਦੀ ਕਾਪੀ ਕਰਨੀ ਹੈ ਵੀ ਤੁਸੀਂ ਇੰਨੇ ਵਧੀਆ ਮਿਹਨਤੀ ਤੇ ਇੰਨੇ ਵਧੀਆ ਸ਼ਖਸੀਅਤ ਹੋ ਜਾਓ ਕਿ ਲੋਕੀ ਤੁਹਾਡੀ ਤਰੱਕੀ ਤੋਂ ਜਲਣ ਤੇ ਤੁਹਾਨੂੰ ਠੋਕਣ ਦੀ ਕੋਸ਼ਿਸ਼ ਕਰਨ, ਵੀ ਤੁਹਾਡੇ ਉੱਤੇ ਮਤਲਬ ਕਿ ਵੱਡੇ ਵੱਡੇ ਗੈਂਗਸਟਰਾਂ ਦੀ ਜਿਹੜੀ ਕਿ ਕਹਿੰਦੇ ਪਾਓ ਅੱਖ ਰਖਾਣ, ਠੀਕ ਹੈ ਜੀ। ਸੋ ਇਹੀ ਕਹਿਣਾ, ਵੱਧ ਤੋਂ ਵੱਧ ਪੈਸਾ ਕਮਾਓ ਤੇ ਤਰੱਕੀਆਂ ਕਮਾਓ ਤਾਂ ਕਿ ਲੋਕੀ ਤੁਹਾਡੇ ਦੁਸ਼ਮਣ ਬਣਨ ਦੀ ਕੋਸ਼ਿਸ਼ ਕਰਨ, ਠੀਕ ਹੈ ਜੀ। ਇਹੀ ਚੀਜ਼ ਵਧੀਆ ਹੁੰਦੀ ਹੈ ਜੀ। ਸੋ ਅਗਲੀ ਗੱਲ ਹੈ ਦੋਸਤੋ ਫੀਸ ਇਨਫੋਰਮੇਸ਼ਨ ਕੀ ਹੈ। ਫੀਸ ਇਨਫੋਰਮੇਸ਼ਨ ਕੀ ਹੈ, 1000 ਰੁਪये ਜਨਰਲ ਕੈਟਾਗਰੀ ਦੀ ਹੈ, 250 ਰੁਪये SC BC ST ਵਾਲਿਆਂ ਦੀ ਇਕਨੋਮਿਕ ਵੀਕ ਸੈਕਸ਼ਨ ਦੀ, ਤੇ 200 ਹੈਗੀ ਹੈ ਸਾਬਕਾ ਫੌਜੀ ਐਕਸ ਸਰਵਿਸਮੈਨ। ਬਾਕੀ ਸਾਰੇ ਦੋਸਤੋ ਜਿਨ੍ਹਾਂ ਦੇ ਵੀ ਕੈਟਾਗਰੀ ਦੂਸਰੀ ਨੂੰ ਬਿਲੋਂਗ ਕਰਦੇ ਆ ਉਹਨਾਂ ਦੀ ਘੱਟ ਹੀ ਫੀਸ ਹੋਵੇਗੀ। ਸਿਰਫ ਜਰਨਲ ਵਾਲੇ ਵਿਚਾਰੇ ਮਿੱਧੇ ਜਾਂਦੇ, ਕਹਿੰਦਾ ਭਾਵ ਇਹੋ ਜਿਹੇ ਖਰਚਿਆਂ ਵਿੱਚੋਂ, ਕਿਉਂਕਿ ਤੁਹਾਨੂੰ ਪਤਾ ਹੈ 1100 1200 ਦੇ ਲਗਭਗ ਖਰਚਾ ਹੋ ਜਾਂਦਾ ਜੇਕਰ ਕੈਫੇ ਵਿੱਚੋਂ ਵੀ ਭਰਾਉਂਦਾ ਤਾਂ, ਕਿਉਂਕਿ ਡਾਕੂਮੈਂਟਸ ਉਹ ਕਰਨੇ ਹੁੰਦੇ, ਸਕੈਨਿੰਗ ਕਰਨੇ ਹੁੰਦੇ ਆ। ਤੇ ਜਿਹੜੇ SC BC ਜਾਂ ਹੋਰ ਕੈਟਾਗਰੀਜ਼ ਨੇ ਉਹਨਾਂ ਨੂੰ ਤਾਂ ਸਿਰਫ 300-400 ਰੁਪਏ ਖਰਚਾ ਹੀ ਆਉਂਦਾ। ਸੋ ਚਲੋ ਘਬਰਾਉਣ ਦੀ ਲੋੜ ਨਹੀਂ, ਇਹ ਥੋੜ੍ਹੇ ਬਹੁਤੇ ਪੈਸੇ ਤਾਂ ਲੱਗਦੇ ਰਹਿਣਗੇ। ਜਿੱਦਣ ਤੁਸੀਂ ਨੌਕਰੀ ਲੱਗੇ ਇਹ ਵੀ ਪੈਸੇ ਤੁਹਾਨੂੰ ਫਿਰ ਮਾਮੂਲੀ ਲੱਗਣਗੇ। ਇੰਨੇ ਪੈਸੇ ਤਾਂ ਫਿਰ ਤੁਸੀਂ ਡੇਲੀ ਖਾਣ ਪੀਣ ਹੀ ਕਰਿਆ ਕਰੋਗੇ ਆਪਣੇ ਯਾਰਾਂ ਮਿੱਤਰਾਂ ਨਾਲ, ਜਾਂ ਫਿਰ ਭੈਣ ਭਰਾਵਾਂ ਨਾਲ, ਕਹਿਣ ਦਾ ਭਾਵ ਜੋ ਫਲ ਫਰੂਟ ਤੁਸੀਂ ਖਾਇਆ ਕਰੋਗੇ ਡੇਲੀ। ਸੋ ਮੈਂ ਤਾਂ ਇਹੀ ਕਹੂੰਗਾ ਵੀ ਤੁਸੀਂ ਵੱਧ ਤੋਂ ਵੱਧ ਮਿਹਨਤ ਕਰੋ। ਆ ਜਿਹੜੇ ਪੈਸੇ ਪੂਸੇ ਜਿੰਨੇ ਤੁਸੀਂ ਫੀਸਾਂ ਭਰੀਆਂ ਇਹ ਸਾਰੀਆਂ ਵਾਪਸ ਆ ਜਾਣ, ਜਿਹੜੀਆਂ ਤੁਸੀਂ ਤੇ ਤੁਹਾਡੇ ਮਾਪਿਓ ਨੇ ਬਹੁਤ ਹੀ ਮਿਹਨਤਾਂ ਕਰਕੇ ਜੋ ਭਰੀਆਂ ਸੀਗੀਆਂ ਤੁਹਾਡੀ ਸਟੱਡੀ ਲਈ। ਸੋ ਉਹ ਸਾਰੀਆਂ ਆਪਾਂ ਮੁੱਲ ਮੋੜਨਾ ਵਾਪਸ, ਠੀਕ ਹੈ। ਮਾਪਿਓ ਨੂੰ ਪਤਾ ਲੱਗੇ ਵੀ ਬੱਚਾ ਸਾਡਾ ਕਾਮਯਾਬ ਹੋ ਗਿਆ। ਦੂਸਰੀ ਗੱਲ ਹੈ ਦੋਸਤੋ ਹੁਣ ਤੁਹਾਡੇ ਨਾਲ ਆਪਾਂ ਹਮੇਸ਼ਾ ਸਪੋਰਟ ਬਣਾ ਕੇ ਖੜੇ ਹਾਂ। ਤੇ ਇੱਕ ਗੱਲ ਹੋਰ ਦੋਸਤੋ ਦੱਸਣਾ ਭੁੱਲ ਗਿਆ ਵੀ ਇਹ ਭਰਤੀ ਜਿਹੜੀ ਹੈਗੀ 2024 ਤੱਕ ਆਉਣ ਦੇ ਮੈਨੂੰ ਲੱਗਦਾ ਚਾਂਸਿਸ ਹੈਗੇ ਆ, ਕਿਉਂਕਿ ਹੁਣ ਜੇਲ੍ਹ ਵਾਰਡਰ ਦੀ ਭਰਤੀ ਦਾ ਬਹੁਤ ਜ਼ਿਆਦਾ ਰੌਲਾ ਪੈ ਰਿਹਾ ਹੈ। ਅਕਤੂਬਰ ਮਹੀਨੇ ਦੇ ਜਿਹੜੇ ਲਾਸਟ ਵੀਕ ਸ਼ਾਇਦ ਉਸ ਦਾ ਹੀ ਨੋਟੀਫਿਕੇਸ਼ਨ ਆਪਾਂ ਨੂੰ ਵੇਖਣ ਨੂੰ ਮਿਲੇਗਾ। ਉਸ ਦੀ ਵੀ ਜਾਣਕਾਰੀ ਆਪਾਂ ਦਿੱਤੀ ਹੋਈ ਹੈ ਆਪਣੇ ਚੈਨਲ ਉੱਤੇ, ਤੁਸੀਂ ਜਾ ਕੇ ਵੇਖ ਸਕਦੇ ਹੋ। ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ, ਸ਼ੇਅਰ ਕਰਿਓ, ਟੈਲੀਗ੍ਰਾਮ WhatsApp ਗਰੁੱਪ ਤੇ ਸਬਸਕ੍ਰਾਈਬ ਕਰਿਓ ਜੇ ਅਗਰ ਤੁਸੀਂ ਨਵੇਂ ਆਏ ਹੋ, ਤੇ ਕਮੈਂਟ ਸੈਕਸ਼ਨ ਵਿੱਚ ਆਪਣੇ ਸੁਝਾਅ ਜ਼ਰੂਰ ਪੁੱਛਿਆ ਕਰੋ। ਤੁਹਾਡਾ ਵੱਡਾ ਭਰਾ ਤੁਹਾਡੇ ਨਾਲ ਹਮੇਸ਼ਾ ਖੜਾ ਹੈ, ਤੇ ਆਪਣੇ ਪਲੀਜ਼ ਜੋ ਵੀ ਪਿਆਰ ਹੁੰਦਾ ਆਪਣਾ ਜ਼ਰੂਰ ਦੱਸ ਕੇ ਜਾਇਆ ਕਰੋ। ਜੇ ਵੀਡੀਓ ਚੰਗੀ ਲੱਗਦੀ ਹੈ ਤਾਂ ਵੀ ਦੱਸ ਕੇ ਜਾਇਆ ਕਰੋ, ਜੇ ਮਾੜੀ ਲੱਗਦੀ ਹੈ ਤਾਂ ਵੀ ਦੱਸ ਕੇ ਜਾਇਆ ਕਰੋ। ਸਾਨੂੰ ਤਾਂ ਕੁਛ ਨਾ ਕੁਛ ਨਵਾਂ ਸਿੱਖਣ ਨੂੰ ਹੀ ਮਿਲਦਾ ਹੈ ਤੁਹਾਡੇ ਵਰਗੇ ਭੈਣ ਭਰਾਵਾਂ ਤੋਂ। ਕਈ ਵਾਰ ਸਾਡੇ ਤੋਂ ਅਣਜਾਣੇ ਨਾ ਅਣਜਾਣੇ ਵਿੱਚ ਕੁਛ ਨਾ ਕੁਛ ਗਲਤ ਵੀ ਕਿਹਾ ਜਾਂਦਾ ਹੈ, ਉਸ ਲਈ ਸਾਨੂੰ ਮਾफ़ ਕਰ ਦਿਆ ਕਰੋ, ਠੀਕ ਹੈ ਜੀ। ਇਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ ਤੁਹਾਨੂੰ ਇੱਕ ਮੋਟੀਵੇਸ਼ਨ ਦੇਣ ਲਈ ਹੁੰਦੀਆਂ, ਬਾਕੀ ਤੁਹਾਨੂੰ ਇੱਕ ਜਾਣਕਾਰੀ ਦੇਣ ਲਈ। ਹੋਰਾਂ ਪੇਜਾਂ ਵਾਲੇ ਤੁਹਾਡੇ ਤੋਂ ਵਿਊਜ਼ ਭਾਲਦੇ ਨੇ, ਬਟ ਅਸੀਂ ਤੁਹਾਡੇ ਤੋਂ ਸਪੋਰਟ ਹੀ ਭਾਲਦੇ ਹਾਂ ਸਿਰਫ, ਠੀਕ ਹੈ ਜੀ। ਸੋ ਧੰਨਵਾਦ, ਤੇ ਮੇਰੇ ਵੱਲੋਂ ਸਾਰਿਆਂ ਨੂੰ ਜੈ ਹਿੰਦ।